ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਰਦਾਰ ਅਜਮੇਰ ਸਿੰਘ ਜੀ ਦੀ ਰਚਨਾ 20ਵੀਂ ਸਦੀ ਦੀ ਸਿੱਖ ਰਾਜਨੀਤੀ ਭਾਗ 56। ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲੇ ਇਹ ਜ਼ੋਰਦਾਰ ਹਦਾਇਤ ਦੇਣੀ ਨਹੀਂ ਭੁੱਲੇ ਕਿ ਦੁਸ਼ਮਣ ਦੀ ਹਰਕਤ ਕਿੰਨੀ ਵੀ ਗਲੀਜ਼ ਤੇ ਭੜਕਾਊ ਕਿਉਂ ਨਾ ਹੋਵੇ, ਕਿਸੇ ਦੀ ਨਿਰਦੋਸ਼ ਧੀ ਭੈਣ ਉੱਤੇ, ਹਿੰਦੂ ਪਰਿਵਾਰ ਦੀ ਉੱਤੇ ਤਾਂ ਖਾਸ ਕਰਕੇ ਹੀ ਕਿਸੇ ਵੀ ਸੂਰਤ ਕੋਈ ਆਂਚ ਨਹੀਂ ਆਉਣੀ ਚਾਹੀਦੀ। ਮਤਲਬ ਇਹ ਕਿ ਬਦਲਾ ਲੈਣ ਵੇਲੇ ਨੈਤਿਕ ਕਦਰਾਂ ਕੀਮਤਾਂ ਤੇ ਸਿੱਖ ਕੌਮਾਂ ਦੀਆਂ ਗੌਰਵਸ਼ਾਲੀ ਪਰੰਪਰਾਵਾਂ ਨੂੰ ਕਿਸੇ ਵੀ ਹਾਲਤ ਅੱਖੋਂ ਓਹਲੇ ਨਹੀਂ ਕੀਤਾ ਜਾਣਾ ਚਾਹੀਦਾ। ਉਹ ਖਾਸ ਤੌਰ ਤੇ ਸਿੱਖਾਂ ਨੂੰ ਲੁੱਟਾਂ ਖੋਹਾਂ ਕਰਨ, ਦੁਕਾਨਾਂ ਨੂੰ ਅੱਗਾਂ ਲਾਉਣ, ਰੇਹੜੀਆਂ ਵਾਲੇ ਗਰੀਬ ਜਾਇਆਂ ਨੂੰ ਮਾਰਨ ਅਤੇ ਧੀਆਂ ਭੈਣਾਂ ਦੀ ਇੱਜ਼ਤ ਨੂੰ ਹੱਥ ਪਾਉਣ ਤੋਂ ਸਖਤੀ ਨਾਲ ਮਨ੍ਹਾ ਕਰਦੇ ਸਨ। ਇਹ ਕਥਨ ਉਹ ਵਾਰ-ਵਾਰ ਦੁਹਰਾਉਂਦੇ ਸਨ ਕਿ ਸਿੱਖਾਂ ਲਈ ਹਥਿਆਰ ਰੱਖ ਕੇ ਨਿਰਦੋਸ਼ ਬੰਦਾ ਮਾਰਨਾ ਪਾਪ ਹੈ, ਪਰ ਹਥਿਆਰ ਰੱਖ ਕੇ ਹੱਕ ਨਾ ਲੈਣਾ ਉਸ ਤੋਂ ਵੀ ਵੱਡਾ ਪਾਪ ਹੈ। ਪਰ ਜਿਵੇਂ ਕਿ ਪਿੱਛੇ ਜ਼ਿਕਰ ਹੋ ਚੁੱਕਾ ਹੈ, ਇੱਕ ਪੜਾਅ ਤੇ ਜਾ ਕੇ ਸੰਤ ਜਰਨੈਲ ਸਿੰਘ ਦੇ ਮਨ ਅੰਦਰ ਦੁਸ਼ਮਣ ਦੀਆਂ ਕਾਨੂੰਨ ਤੇ ਇਖਲਾਕ ਤੋਂ ਗਿਰੀਆਂ ਹੋਈਆਂ ਕਾਰਵਾਈਆਂ ਨੂੰ ਠੱਲ ਪਾਉਣ ਲਈ ਬਚਾਓ ਦੇ ਹਥਿਆਰ ਵਜੋਂ ਪੰਜਾਬ ਅੰਦਰ ਹਿੰਦੂਆਂ ਦੇ ਚੁਣਵੇਂ ਕਤਲਾਂ ਦੀ ਸੋਚ ਗੇੜੇ ਕੱਢਣ ਲੱਗ ਗਈ ਸੀ। ਇਸ ਦੀ ਉਹਨਾਂ ਆਪਣੇ ਵੱਲੋਂ ਸਿਧਾਂਤਕ ਵਾਜਬੀਅਤ ਵੀ ਦੇਣੀ ਸ਼ੁਰੂ ਕਰ ਦਿੱਤੀ ਸੀ। ਹਿੰਦੂ ਹਾਕਮਾਂ ਵੱਲੋਂ ਪੰਜਾਬ ਤੋਂ ਬਾਹਰ ਵਸਦੇ ਸਿੱਖ ਭਾਈਚਾਰੇ ਨੂੰ ਬੰਦੀ ਬਣਾ ਕੇ ਵਰਤਣ ਦੀ ਯੁੱਧ ਚਾਲ ਨੂੰ ਬੇਅਸਰ ਕਰਨ ਲਈ ਇਹ ਜਵਾਬੀ ਯੁੱਧ ਨੀਤਿਕ ਤਰਕੀਬ ਸੀ। ਇਸ ਕਰਕੇ ਜਦ 4 ਅਕਤੂਬਰ 1983 ਨੂੰ ਢਿਲਵਾਂ ਅੰਜਲਾ ਕਪੂਰਥਲੇ ਦੇ ਨੇੜੇ ਕੁਝ ਅਗਿਆਤ ਸਿੱਖ ਨੌਜਵਾਨਾਂ ਨੇ ਇੱਕ ਮੁਸਾਫਰ ਬੱਸ ਵਿੱਚੋਂ 6 ਹਿੰਦੂ ਸਵਾਰੀਆਂ ਨੂੰ ਅਲੱਗ ਛਾਂਟ ਕੇ ਗੋਲੀਆਂ ਨਾਲ ਭੁੰਨ ਸੁੱਟਣ ਦਾ ਖੂਨੀ ਕਾਰਾ ਕਰ ਦਿੱਤਾ ਤਾਂ ਸੰਤ ਭਿੰਡਰਾਂਵਾਲੇ ਨੇ ਇਸ ਵਾਰਦਾਤ ਦੀ ਰਸਮੀ ਤੌਰ ਤੇ ਨਿੰਦਿਆ ਕਰਦਿਆਂ ਹੋਇਆਂ ਨਾਲ ਹੀ ਇਸ ਕਾਂਡ ਦੇ ਝੱਟ ਪਿੱਛੋਂ ਕੇਂਦਰੀ ਸਰਕਾਰ ਦੁਆਰਾ ਪੰਜਾਬ ਅੰਦਰ ਦਰਬਾਰਾ ਸਿੰਘ ਦੀ ਸਰਕਾਰ ਨੂੰ ਬਰਖਾਸਤ ਕਰਕੇ ਰਾਸ਼ਟਰਪਤੀ ਰਾਜ ਲਾਗੂ ਕਰ ਦੇਣ ਦੇ ਫੈਸਲੇ ਉੱਤੇ ਆਪਣੀ ਖੁਸ਼ੀ ਤੇ ਤਸੱਲੀ ਦਾ ਖੁੱਲ੍ਹ ਕੇ ਇਜ਼ਹਾਰ ਕੀਤਾ। ਸੰਤ ਭਿੰਡਰਾਂਵਾਲੇ ਦੇ ਇਸ ਪ੍ਰਤੀਕਰਮ ਦੀ ਰੋਸ਼ਨੀ ਵਿੱਚ ਇਸ ਸਵਾਲ ਦੀ ਕੋਈ ਸਾਰਥਿਕਤਾ ਨਹੀਂ ਰਹਿ ਜਾਂਦੀ ਕਿ ਇਹ ਕਾਰਵਾਈ ਸਿੱਖ ਜੁਝਾਰੂਆਂ ਦੀ ਹੀ ਸੀ ਜਾਂ ਸਿੱਖ ਜੁਝਾਰੂਆਂ ਦੇ ਨਾਂ ਹੇਠ ਇਹ ਸਰਕਾਰੀ ਏਜੰਸੀਆਂ ਦੇ ਭੜਕਾਊ ਏਜੰਟਾਂ ਦੀ ਕਾਰਸਤਾਨੀ ਸੀ। ਇਹ ਕਾਰਵਾਈ ਕਿਸੇ ਨੇ ਵੀ ਕੀਤੀ, ਸੰਤ ਭਿੰਡਰਾਂਵਾਲੇ ਨੂੰ ਇਹ ਬਹੁਤੀ ਗਲਤ ਨਹੀਂ ਸੀ ਲੱਗੀ ਅਤੇ ਉਹ ਇਸ ਦੇ ਰਾਜਸੀ ਨਤੀਜਿਆਂ ਉੱਤੇ ਦਿਲੋਂ ਪ੍ਰਸੰਨ ਸਨ। ਸੋ ਇਸ ਤਰ੍ਹਾਂ ਕੇਂਦਰੀ ਹਾਕਮਾਂ ਦੇ ਤੇ ਹਿੰਦੂ ਵਰਗ ਦੇ ਆਗੂਆਂ ਦੀਆਂ ਵਧਵੀਆਂ ਸਿੱਖ ਦੋਖੀ ਹਰਕਤਾਂ ਦੇ ਜਵਾਬ ਵਿੱਚ ਸੰਤ ਜਰਨੈਲ ਸਿੰਘ ਦੀਆਂ ਰਾਜਸੀ ਪੋਜੀਸ਼ਨਾਂ ਤੇ ਪੈਂਤੜਿਆਂ ਅੰਦਰ ਵਧੇਰੇ ਕਠੋਰਤਾ ਆਉਂਦੀ ਚਲੀ ਗਈ। ਪਹਿਲਾਂ ਉਹ ਪੱਤਰਕਾਰਾਂ ਦੇ ਲੱਖ ਯਤਨ ਕਰਨ ਦੇ ਬਾਵਜੂਦ ਅਨੰਦਪੁਰ ਸਾਹਿਬ ਦੇ ਮਤੇ ਦੇ ਘੇਰੇ ਤੋਂ ਬਾਹਰ ਕਦਮ ਧਰਨ ਲਈ ਤਿਆਰ ਨਹੀਂ ਸਨ ਹੁੰਦੇ। ਹੌਲੀ ਹੌਲੀ ਉਹ ਅਸਿੱਧੇ ਢੰਗ ਨਾਲ ਖਾਲਿਸਤਾਨ ਦੇ ਵਿਚਾਰ ਦੀ ਪ੍ਰੋੜਤਾ ਕਰਨ ਲੱਗ ਪਏ ਸਨ। ਪੱਤਰਕਾਰਾਂ ਵੱਲੋਂ ਖਾਲਿਸਤਾਨ ਦੀ ਮੰਗ ਬਾਰੇ ਪੁੱਛਣ ਤੇ ਉਹਨਾਂ ਦਾ ਇਹ ਪੱਕਾ ਜਵਾਬ ਹੁੰਦਾ ਸੀ ਕਿ ਅਸੀਂ ਖਾਲਿਸਤਾਨ ਮੰਗਦੇ ਨਹੀਂ, ਪਰ ਜੇਕਰ ਸਰਕਾਰ ਦੇਣਾ ਚਾਹੁੰਦੀ ਹੈ ਤਾਂ ਮੋੜਾਂਗੇ ਨਹੀਂ। ਇਹ ਵੀ ਕਿ ਅਸੀਂ 1947 ਵਾਲੀ ਗਲਤੀ ਨਹੀਂ ਕਰਨੀ, ਜਿਸ ਦਾ ਸਾਫ਼ ਇਸ਼ਾਰਾ ਸਿੱਖ ਕੌਮ ਦੇ ਖੁਦ ਮੁਖਤਿਆਰ ਰਾਜ ਵੱਲ ਸੀ। ਮਗਰਲੇ ਸਮੇਂ 'ਚ ਉਹ ਇਸ ਧਾਰਨਾ ਨੂੰ ਵਾਰ-ਵਾਰ ਅਤੇ ਜ਼ੋਰ ਦੇ ਕੇ ਦੁਹਰਾਉਣ ਲੱਗ ਪਏ ਸਨ। ਉਹਨਾਂ ਦੇ ਹਰ ਪ੍ਰਤੀਕਰਮ ਤੇ ਪ੍ਰਵਚਨ ਦਾ ਮੁੱਖ ਜ਼ੋਰ ਭਾਰਤ ਅੰਦਰ ਸਿੱਖਾਂ ਨੂੰ ਆਪਣੀ ਗੁਲਾਮੀ ਦਾ ਅਹਿਸਾਸ ਕਰਾਉਣਾ ਅਤੇ ਇਸ ਗੁਲਾਮੀ ਨੂੰ ਗਲੋਂ ਲਾਉਣ ਲਈ ਰਾਜਨੀਤਿਕ ਤੇ ਮਾਨਸਿਕ ਪੱਧਰ ਤੇ ਤਿਆਰ ਕਰਨਾ ਸੀ। ਇਸ ਤਰ੍ਹਾਂ ਉਹ ਆਪਣੇ ਪ੍ਰਵਚਨਾਂ ਅਤੇ ਅਮਲਾਂ ਦੇ ਜ਼ਰੀਏ ਸਿੱਖਾਂ ਅੰਦਰ ਕੌਮੀ ਚੇਤਨਾ ਤੇ ਆਜ਼ਾਦੀ ਦੀ ਭਾਵਨਾ ਪ੍ਰਚੰਡ ਕਰਦੇ ਰਹੇ। ਅਜੋਕੇ ਇਤਿਹਾਸ ਅੰਦਰ ਹੋਰ ਕਿਸੇ ਵੀ ਸਿੱਖ ਰਹਿਬਰ ਨੇ ਸਿੱਖ ਕੌਮ ਦੇ ਵਿਕਾਸ ਦੇ ਰਾਜਸੀ ਅਮਲ ਨੂੰ ਇਸ ਕਦਰ ਉਗਾਸਾ ਨਹੀਂ ਦਿੱਤਾ। ਸਿਰਲੇਖ ਅਕਾਲੀ ਲੀਡਰਸ਼ਿਪ ਦੀ ਦੁਖਾਂਤਕ ਹੋਣੀ।
ਉਧਰ ਅਕਾਲੀ ਆਗੂਆਂ ਦੀ ਹਾਲਤ ਲਗਾਤਾਰ ਦੁਖਾਂਤਮਈ ਬਣੀ ਹੋਈ ਸੀ। ਉਹ ਜਿਸ ਰਾਜਸੀ ਦਲਦਲ ਵਿੱਚ ਫਸ ਗਏ ਸਨ, ਉਸ ਚੋਂ ਨਿਕਲਣ ਲਈ ਉਹ ਜਿੰਨਾ ਜ਼ੋਰ ਮਾਰਦੇ ਸਨ, ਓਨਾ ਹੀ ਉਸ ਵਿੱਚ ਹੋਰ ਡੂੰਘਾ ਧੱਸੀ ਜਾ ਰਹੇ ਸਨ। ਸਿੱਖ ਭਾਈਚਾਰੇ ਅੰਦਰ ਜਿਸ ਤੇਜ਼ੀ ਨਾਲ ਅਤੇ ਜਿਸ ਪੈਮਾਨੇ ਉੱਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਰਾਜਸੀ ਮਾਨਤਾ ਸਥਾਪਿਤ ਹੁੰਦੀ ਜਾ ਰਹੀ ਸੀ, ਉਸ ਨਾਲ ਅਕਾਲੀ ਲੀਡਰਸ਼ਿਪ ਦਾ ਰਾਜਨੀਤਿਕ ਕੈਰੀਅਰ ਗੰਭੀਰ ਰੂਪ 'ਚ ਖਤਰੇ ਮੂੰਹ ਆ ਗਿਆ ਸੀ। ਇਸ ਕਰਕੇ ਇਸ ਹਨੇਰੀ ਨੂੰ ਜਿੰਨਾ ਹੋ ਸਕੇ ਤੇ ਜਿੰਨੀ ਜਲਦੀ ਹੋ ਸਕੇ ਡੱਕਾ ਲਾਉਣਾ ਅਕਾਲੀ ਲੀਡਰਸ਼ਿਪ ਦੀ ਸ਼ਿੱਦਤ ਭਰੀ ਲੋੜ ਬਣੀ ਖੜੀ ਸੀ। ਪਰ ਉਸ ਵੱਲੋਂ ਇਸ ਦਿਸ਼ਾ 'ਚ ਪੁੱਟਿਆ ਹਰ ਕਦਮ ਪੁੱਠਾ ਪੈ ਰਿਹਾ ਸੀ। ਨਾ ਤਾਂ ਉਹ ਸੰਤ ਭਿੰਡਰਾਂਵਾਲੇ ਨੂੰ ਰਾਜਸੀ ਤੌਰ ਤੇ ਖਦੇੜਨ ਵਿੱਚ ਸਫਲ ਹੋ ਰਹੀ ਸੀ ਅਤੇ ਨਾ ਧਾਰਮਿਕ ਜਾਂ ਸ਼ਖਸੀ ਕਿਸੇ ਵੀ ਪੱਖ ਤੋਂ ਉਸ ਨੂੰ ਘੇਰਨ ਦੇ ਢਾਹ ਲਾਉਣ ਦੀ ਕੋਈ ਚਾਲ ਹੀ ਕਾਰ ਆਮਦ ਹੋ ਰਹੀ ਸੀ। ਅਕਾਲੀ ਲੀਡਰਸ਼ਿਪ ਦੀਆਂ ਸਿਧਾਂਤਕ ਉਲਝਣਾਂ ਤੇ ਅੰਦਰੂਨੀ ਅਸੰਗਤੀਆਂ ਨੇ ਉਸ ਨੂੰ ਅਮਲੀ ਤੌਰ ਤੇ ਸੰਤ ਭਿੰਡਰਾਂਵਾਲੇ ਮੂਹਰੇ ਪੂਰੀ ਤਰ੍ਹਾਂ ਬੇਵਸ ਕਰਕੇ ਰੱਖ ਦਿੱਤਾ ਸੀ। ਬੇਸ਼ੱਕ ਅਕਾਲੀ ਲੀਡਰਸ਼ਿਪ ਅੰਦਰਲੇ ਨਰਮ ਖਿਆਲੀ ਵਰਗ ਨੇ ਸੰਤ ਭਿੰਡਰਾਂਵਾਲੇ ਦੇ ਗਰਮ ਖਿਆਲੀ ਵਿਚਾਰਾਂ ਤੇ ਕਾਰਨਾਮਿਆਂ ਦੇ ਪ੍ਰਭਾਵ ਨੂੰ ਰੱਧਣ ਦੇ ਮੰਤਵ ਨਾਲ ਸਿੱਖ ਪੰਥ ਦੀਆਂ ਮੰਗਾਂ ਤੇ ਮਸਲਿਆਂ ਦੀ ਨਰਮ ਖਿਆਲੀ ਦ੍ਰਿਸ਼ਟੀਕੋਣ ਤੋਂ ਪੇਸ਼ਕਾਰੀ ਕਰਨ ਦੀ ਇੱਕ ਵਿਆਪਕ ਪ੍ਰਚਾਰ ਮੁਹਿੰਮ ਚਲਾ ਰੱਖੀ ਹੋਈ ਸੀ। ਪਰ ਇਹ ਮੁਹਿੰਮ ਵੀ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦਾ ਨੁਕਸਾਨ ਘੱਟ ਤੇ ਫਾਇਦਾ ਵੱਧ ਕਰ ਰਹੀ ਸੀ, ਕਿਉਂਕਿ ਇਸ ਨਾਲ ਆਮ ਤੋਂ ਆਮ ਸਿੱਖ ਜਨਤਾ ਵੀ ਕਾਇਲ ਹੋ ਕੇ ਸਿੱਖ ਸੰਘਰਸ਼ ਦੀਆਂ ਸਫਾਂ 'ਚ ਸ਼ਾਮਲ ਹੋ ਰਹੀ ਸੀ ਅਤੇ ਆਪਣੀ ਚਮਤਕਾਰੀ ਸ਼ਖਸੀਅਤ ਤੇ ਪ੍ਰਭਾਵਸ਼ਾਲੀ ਭਾਸ਼ਣ ਕਲਾ ਦੀ ਬਦੌਲਤ ਸੰਤ ਜਰਨੈਲ ਸਿੰਘ ਲਈ ਇਸ ਸਿੱਖ ਜਨਤਾ ਨੂੰ ਸਿੱਖ ਚੇਤਨਾ ਦਾ ਅਗਲਾ ਪਾਠ ਪੜ੍ਹਾਉਣਾ ਤੇ ਸਿੱਖ ਸੰਘਰਸ਼ ਦੀ ਅਗਲੀ ਪੌੜੀ ਤੇ ਲੈ ਚੜ੍ਹਨਾ ਉੱਕਾ ਹੀ ਮੁਸ਼ਕਲ ਕੰਮ ਨਹੀਂ ਸੀ। ਦੂਜਾ, ਖੁਦ ਅਕਾਲੀ ਲੀਡਰਸ਼ਿਪ ਦਾ ਹੀ ਇੱਕ ਵਰਗ, ਖਾਸ ਕਰਕੇ ਜਥੇਦਾਰ ਗੁਰਚਰਨ ਸਿੰਘ ਟੌੜਾ ਤੇ ਉਸ ਦਾ ਹਮਾਇਤੀ ਘੇਰਾ ਸਿੱਖ ਕੌਮ ਦੀਆਂ ਮੰਗਾਂ ਤੇ ਮਸਲਿਆਂ ਦੀ ਰਤਾ ਕੋ ਵੱਧ ਗਰਮ ਖਿਆਲੀ ਪੇਸ਼ਕਾਰੀ ਦਾ ਜ਼ਾਹਰਾ ਝੁਕਾਅ ਪ੍ਰਗਟਾ ਰਿਹਾ ਸੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫ਼ਤਰ ਦੀ ਤਰਫੋਂ ਉਚੇਚੇ ਤੌਰ ਤੇ ਅਜਿਹੀ ਪ੍ਰਚਾਰ ਸਮੱਗਰੀ ਜਾਰੀ ਕੀਤੀ ਜਾ ਰਹੀ ਸੀ ਜੋ ਸਿੱਖ ਜਨਤਾ ਅੰਦਰ ਅਲੱਗ ਪਛਾਣ ਤੇ ਸੁਤੰਤਰ ਹਸਤੀ ਦੇ ਜਜ਼ਬੇ ਨੂੰ ਲਗਾਤਾਰ ਤਕੜਾਈ ਬਖਸ਼ ਰਹੀ ਸੀ। ਸੰਤ ਹਰਚੰਦ ਸਿੰਘ ਲੌਂਗੋਵਾਲ ਤੇ ਉਸ ਦੇ ਹਮਾਇਤੀ ਧੜੇ ਵੱਲੋਂ ਆਨੰਦਪੁਰ ਸਾਹਿਬ ਦੇ 1973 ਵਾਲੇ ਮਤੇ ਦਾ ਅਸਲੀ ਨਾਲੋਂ ਥੋੜਾ ਬਦਲਵਾਂ ਤੇ ਵਿਗੜਿਆ ਰੂਪ ਜਾਰੀ ਕਰਨ ਦੀ ਨਰਮਪੰਥੀ ਚਾਲ ਦੇ ਜਵਾਬ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 1973 ਵਾਲੇ ਮਤੇ ਦਾ ਮੌਲਿਕ ਖਰੜਾ ਵੱਡੀ ਪੱਧਰ ਤੇ ਛਪਵਾ ਕੇ ਵੰਡਿਆ ਅਤੇ ਇਸ ਵਿੱਚ ਦਰਜ ਵੱਧ ਤੇਜ਼ ਤਰਾਰ ਸਿਧਾਂਤਕ ਪੋਜੀਸ਼ਨਾਂ ਨੂੰ ਉਚੇਚਿਆ ਉਭਾਰ ਕੇ ਪੇਸ਼ ਕੀਤਾ ਗਿਆ। ਇਸੇ ਹੀ ਸਮੇਂ ਦੌਰਾਨ ਵੱਖਰੀ ਸਿੱਖ ਕੌਮ ਦੀ ਧਾਰਨਾ ਦਾ ਵਿਆਪਕ ਪੈਮਾਨੇ ਤੇ ਪ੍ਰਚਾਰ ਪ੍ਰਸਾਰ ਕੀਤਾ ਗਿਆ। ਇਸ ਮਕਸਦ ਲਈ ਦੋ ਸਿੱਖ ਵਿਦਵਾਨਾਂ ਸਰਦਾਰ ਦਵਿੰਦਰ ਸਿੰਘ ਦੁੱਗਲ ਅਤੇ ਪ੍ਰਿੰਸੀਪਲ ਲਾਭ ਸਿੰਘ ਦੁਆਰਾ ਲਿਖੇ ਗਏ ਦੋ ਕਿਤਾਬਚੇ ਵੱਡੀ ਤਾਦਾਦ 'ਚ ਛਾਪ ਕੇ ਵੰਡੇ ਗਏ। ਇਸ ਦਾ ਅਸਰ ਇਹ ਹੋਇਆ ਕਿ ਪਹਿਲਾਂ ਵੱਖਰੀ ਸਿੱਖ ਕੌਮ ਦੀ ਜਿਹੜੀ ਧਾਰਨਾ ਸਿੱਖਾਂ ਅੰਦਰ ਮਨਾਹੀ ਦਾ ਦਰਜਾ ਹਾਸਲ ਕਰਕੇ ਰਹਿ ਗਈ ਸੀ, ਉਹ ਹੁਣ ਸਿੱਖਾਂ ਲਈ ਬਹੁਤ ਹੀ ਆਮ ਮੁਹਾਵਰਾ ਬਣ ਗਈ ਸੀ। ਇਹ ਨਿਸ਼ਚੈ ਹੀ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਇੱਕ ਵੱਡੀ ਪ੍ਰਾਪਤੀ ਸੀ ਤੇ ਇਸ ਦਾ ਉਸ ਨੂੰ ਪੁੱਜ ਕੇ ਲਾਹਾ ਵੀ ਮਿਲ ਰਿਹਾ ਸੀ। ਇਸ ਹਾਲਤ ਦੇ ਸਨਮੁਖ ਸੰਤ ਹਰਚੰਦ ਸਿੰਘ ਲੌਂਗੋਵਾਲ ਨੇ ਆਪਣੀ ਅਗਲੀ ਰਣਨੀਤੀ ਦੀ ਰੂਪਰੇਖਾ ਘੜਨ ਲਈ 17 ਮਾਰਚ ਨੂੰ ਅੰਮ੍ਰਿਤਸਰ ਵਿਖੇ ਅਕਾਲੀ ਕਨਵੈਨਸ਼ਨ ਸੱਦ ਲਈ। ਸਾਰੀ ਹਾਲਤ ਦਾ ਜਾਇਜ਼ਾ ਲੈਣ ਤੋਂ ਬਾਅਦ ਸੰਤ ਲੌਂਗੋਵਾਲ ਨੇ 2 ਤੋਂ 7 ਅਪ੍ਰੈਲ ਤੱਕ ਆਜ਼ਾਦ ਪੰਥ ਸਪਤਾਹ ਮਨਾਉਣ ਦੇ ਫੈਸਲੇ ਦਾ ਐਲਾਨ ਕਰ ਦਿੱਤਾ। ਇਸ ਐਲਾਨ ਉੱਤੇ ਫਿਰ ਨਾ ਸਿਰਫ ਹਿੰਦੂ ਫਿਰਕਾ ਪ੍ਰਸਤ ਹਲਕਿਆਂ ਅੰਦਰ ਹੀ ਤਿੱਖਾ ਫਿਰਕੂ ਬਾਲ ਉੱਠ ਖੜਾ ਹੋਇਆ, ਸਗੋਂ ਇਸ ਨੇ ਅਕਾਲੀ ਦਲ ਦੀਆਂ ਕੁਝ ਸਹਿਯੋਗੀ ਧਿਰਾਂ ਅੰਦਰ ਵੀ ਭਾਰੀ ਬੇਆਰਾਮੀ ਪੈਦਾ ਕਰ ਦਿੱਤੀ। ਹਰਕਿਸ਼ਨ ਸਿੰਘ ਸੁਰਜੀਤ ਤੋਂ ਲੈ ਕੇ ਚੰਦਰ ਸ਼ੇਖਰ ਤੱਕ ਸਭ ਨੇ ਸੰਤ ਲੌਂਗੋਵਾਲ ਦੇ ਇਸ ਐਲਾਨ ਦੀ ਤਿੱਖੀ ਤੇ ਖੁੱਲੀ ਨੁਕਤਾਚੀਨੀ ਕੀਤੀ। ਇਹ ਗੱਲ ਸਪਸ਼ਟ ਹੋ ਗਈ ਕਿ ਜਿੰਨਾ ਚਿਰ ਸੰਤ ਜਰਨੈਲ ਸਿੰਘ ਦੀ ਸਿਆਸੀ ਚੜ੍ਹਤ ਬਣੀ ਹੋਈ ਸੀ, ਉਨਾ ਚਿਰ ਅਕਾਲੀ ਲੀਡਰਸ਼ਿਪ ਲਈ
ਕਿਸੇ ਜਚਨਹਾਰ ਬਹਾਨੇ ਦਾ ਲੜ ਫੜੇ ਬਿਨਾਂ ਧਰਮ ਯੁੱਧ ਮੋਰਚਾ ਠੱਪ ਕਰਨਾ ਨਾਮੁਮਕਿਨ ਦੀ ਹੱਦ ਤੱਕ ਮੁਸ਼ਕਲ ਹੋ ਚੁੱਕਾ ਸੀ। ਪਰ ਮੋਰਚੇ ਨੂੰ ਚੱਲਦਾ ਰੱਖਣ ਲਈ ਅਕਾਲੀ ਲੀਡਰਸ਼ਿਪ ਵੱਲੋਂ ਬੇਸ਼ੱਕ ਮਜਬੂਰੀ ਵਸ ਹੀ ਚੁੱਕਿਆ ਹਰ ਕਦਮ ਅੰਤਮ ਨਿਰਣੇ ਦੇ ਤੌਰ ਤੇ ਸੰਤ ਜਰਨੈਲ ਸਿੰਘ ਦੇ ਪੱਖ ਨੂੰ ਹੋਰ ਵੱਧ ਮਜ਼ਬੂਤ ਕਰਨ ਵਿੱਚ ਸਹਾਈ ਹੋ ਰਿਹਾ ਸੀ। ਰਸਤਾ ਰੋਕੋ, ਕੰਮ ਰੋਕੋ, ਪੰਜਾਬ ਬੰਦ, ਆਜ਼ਾਦ ਪੰਥ ਸਪਤਾਹ ਤੇ ਧਾਰਾ 25(2)(b) ਨੂੰ ਸਾੜਨ ਵਰਗੇ ਸਾਰੇ ਕਾਰਵਾਈ ਪ੍ਰੋਗਰਾਮ ਸੰਤ ਭਿੰਡਰਾਂਵਾਲੇ ਦੀ ਗਰਮ ਖਿਆਲੀ ਵਿਚਾਰਧਾਰਾ ਤੇ ਲਹਿਰ ਨੂੰ ਵਧੇਰੇ ਵਿਸ਼ਾਲ ਜਨਤਕ ਆਧਾਰ ਤੇ ਹਮਾਇਤ ਜਟਾਉਣ ਵਿੱਚ ਸਹਾਈ ਹੋ ਨਿਬੜੇ ਤੇ ਹੋ ਰਹੇ ਸਨ। ਇਸ ਕਰਕੇ ਸੰਤ ਹਰਚੰਦ ਸਿੰਘ ਲੌਂਗੋਵਾਲ ਦੇ ਸੰਵਿਧਾਨ ਦੀ ਧਾਰਾ 25(2)(b) ਨੂੰ ਸਾੜਨ ਤੇ ਆਜ਼ਾਦ ਪੰਥ ਸਪਤਾਹ ਮਨਾਉਣ ਵਰਗੇ ਫੈਸਲਿਆਂ ਉੱਤੇ ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਬੇਵਜ੍ਹਾ ਹੀ ਨਹੀਂ ਸੀ ਚੀਕ ਉੱਠਿਆ। 20 ਮਾਰਚ 1984 ਨੂੰ ਸੰਤ ਲੌਂਗੋਵਾਲ ਨੂੰ ਲਿਖੀ ਇੱਕ ਚਿੱਠੀ ਵਿੱਚ ਕਾਮਰੇਡ ਸੁਰਜੀਤ ਨੇ ਆਪਣੀ ਰਾਜਨੀਤਿਕ ਔਖ ਤੇ ਝੁੰਝਲਾਹਟ ਇਹਨਾਂ ਸ਼ਬਦਾਂ ਵਿੱਚ ਪ੍ਰਗਟਾਈ: ਸੰਵਿਧਾਨ ਦੀ ਧਾਰਾ 25 ਨੂੰ ਸਾੜਨ ਦਾ ਤੁਹਾਡਾ ਇਹ ਫੈਸਲਾ ਅਸਲੀ ਮੁੱਦਿਆਂ ਤੋਂ ਧਿਆਨ ਲਾਂਭੇ ਲਿਜਾਣ ਅਤੇ ਲੋਕਾਂ 'ਚ ਇਹ ਪ੍ਰਭਾਵ ਦੇਣ 'ਚ ਸਫਲ ਹੋ ਨਿਬੜਿਆ ਹੈ ਕਿ ਤੁਹਾਡਾ ਅੰਦੋਲਨ ਸਰਕਾਰ ਦੇ ਵਿਰੁੱਧ ਨਹੀਂ ਸਗੋਂ ਹਿੰਦੂਆਂ ਦੇ ਵਿਰੁੱਧ ਹੈ। ਤੁਹਾਡੀ ਇਸ ਕਾਰਵਾਈ ਨੂੰ ਸਿੱਖ ਕਾਨੂੰਨਦਾਨਾਂ ਤੇ ਸਾਰੇ ਹੀ ਰਾਜਸੀ ਦਲਾਂ ਨੇ ਨਿੰਦਿਆ ਹੈ। ਉਹਨਾਂ ਨੇ ਵੀ ਜੋ ਹੁਣ ਤੱਕ ਤੁਹਾਡੀਆਂ ਵਾਜਬ ਮੰਗਾਂ ਦਾ ਸਮਰਥਨ ਕਰਦੇ ਰਹੇ ਸਨ। ਇਸ ਨਾਲ ਪੰਜਾਬ ਤੋਂ ਬਾਹਰ ਰਹਿੰਦੇ ਸਿੱਖਾਂ ਅੰਦਰ ਭੈ ਦਾ ਮਾਹੌਲ ਪੈਦਾ ਹੋ ਗਿਆ ਹੈ। ਧਾਰਾ 25 ਬਾਰੇ ਤੁਹਾਡਾ ਅੰਦੋਲਨ ਤੇ ਪ੍ਰਾਪੇਗੰਡਾ ਸਿਰਫ ਅੱਤਵਾਦੀ ਭਾਵਨਾ ਭੜਕਾਉਣ 'ਚ ਹੀ ਸਹਾਈ ਹੋ ਰਿਹਾ ਹੈ। ਅਕਾਲੀ ਦਲ ਨੇ ਪਰਸਨਲ ਲਾ ਬਾਰੇ ਵੀ ਬੋਲਣਾ ਸ਼ੁਰੂ ਕਰ ਦਿੱਤਾ ਹੈ, ਪਰ ਇਹ ਸਾਫ਼ ਨਹੀਂ ਕੀਤਾ ਕਿ ਇਸ ਤੋਂ ਤੁਹਾਡੀ ਮੁਰਾਦ ਕੀ ਹੈ। ਇਸ ਨਾਲ ਫਿਰ ਸਿੱਖਾਂ ਅੰਦਰ ਵੱਖਵਾਦੀ ਭਾਵਨਾਵਾਂ ਨੂੰ ਹੀ ਹੁਲਾਰਾ ਮਿਲੇਗਾ। ਉਸ ਨੇ ਅੱਗੇ ਲਿਖਿਆ, ਤੁਹਾਡਾ ਆਜ਼ਾਦ ਪੰਥ ਸਪਤਾਹ ਮਨਾਉਣ ਦਾ ਸੱਦਾ ਬਲਦੀ ਉੱਤੇ ਤੇਲ ਪਾਉਣ ਦਾ ਹੀ ਕੰਮ ਕਰੇਗਾ। ਆਜ਼ਾਦ ਪੰਥ ਦਾ ਸੰਕਲਪ ਸਿੱਖ ਅੱਤਵਾਦੀਆਂ ਨੂੰ ਜਿਨ੍ਹਾਂ ਤੋਂ ਤੁਸੀਂ ਨਿਖੇੜਾ ਕਰਕੇ ਚੱਲਣ ਦੇ ਯਤਨ ਕਰਦੇ ਰਹੇ ਹੋ ਨੂੰ ਖਾਦ ਖੁਰਾਕ ਮੁਹੱਈਆ ਕਰੇਗਾ। ਆਜ਼ਾਦ ਪੰਥ ਦਾ ਤੁਸੀਂ ਜੋ ਹੁਣ ਨਵਾਂ ਨਾਅਰਾ ਬੁਲੰਦ ਕੀਤਾ ਹੈ, ਇਹ ਖਾਲਿਸਤਾਨ ਨੂੰ ਸਿਧਾਂਤਕ ਆਧਾਰ ਮੁਹੱਈਆ ਕਰਨ ਵਾਲੇ ਨਾਅਰੇ ਤੋਂ ਇਲਾਵਾ ਹੋਰ ਕੁਝ ਨਹੀਂ। ਤੁਹਾਨੂੰ ਇਸ ਗੱਲ ਦਾ ਅਹਿਸਾਸ ਹੋਵੇ ਜਾਂ ਨਾ, ਤੁਹਾਡੇ ਅੰਦੋਲਨ ਜੋ ਕਿ ਕੇਂਦਰ ਸਰਕਾਰ ਦੇ ਖਿਲਾਫ ਸੀ ਨੂੰ ਹਿੰਦੂ ਵਿਰੋਧੀ ਲਹਿਰ ਵਿੱਚ ਤਬਦੀਲ ਕੀਤਾ ਜਾ ਰਿਹਾ ਹੈ। ਤੁਹਾਡੇ ਆਜ਼ਾਦ ਪੰਥ ਸਪਤਾਹ ਨਾਲ ਹਾਲਤ ਹੋਰ ਵੱਧ ਵਿਗੜ ਜਾਵੇਗੀ। ਇਸ ਨਾਲ ਫਿਰਕੂ ਇੱਕ ਸੁਰਤਾ ਜਿਸ ਦੇ ਤੁਸੀਂ ਤਕੜੇ ਮੁੱਦਈ ਹੋ ਦੀਆਂ ਬੁਨਿਆਦਾਂ ਉੱਤੇ ਸੱਟ ਵੱਜੇਗੀ। ਕਾਮਰੇਡ ਸੁਰਜੀਤ ਵੱਲੋਂ ਆਪਣੀਆਂ ਇਹਨਾਂ ਚਿੱਠੀਆਂ ਵਿੱਚ ਕਈਆਂ ਸਾਰੀਆਂ ਹੀ ਗੱਲਾਂ ਦਲੀਲ ਦੇ ਤੌਰ ਤੇ ਜਿੰਨੀਆਂ ਗਲਤ ਸਨ, ਤੱਥ ਦੇ ਤੌਰ ਤੇ ਉਨੀਆਂ ਹੀ ਸਹੀ ਸਨ। ਉਸ ਦਾ ਇਹ ਪ੍ਰਭਾਵ ਤੇ ਨਿਰਣਾ ਬਿਲਕੁਲ ਦਰੁਸਤ ਸੀ ਕਿ ਧਾਰਾ 25 ਨੂੰ ਸਾੜਨ ਦੀ ਕਾਰਵਾਈ ਤੇ ਆਜ਼ਾਦ ਪੰਥ ਦਾ ਸੰਕਲਪ ਸਿੱਖਾਂ ਅੰਦਰ ਯਕੀਨਨ ਹੀ ਕਥਿਤ ਅੱਤਵਾਦੀ ਵਿਚਾਰਾਂ ਤੇ ਵੱਖਵਾਦੀ ਭਾਵਨਾਵਾਂ ਨੂੰ ਬਲ ਮੁਹੱਈਆ ਕਰ ਰਿਹਾ ਸੀ। ਪਰ ਇਹ ਗੱਲ ਸਮਝਣੀ ਔਖੀ ਹੈ ਕਿ ਸਿੱਖਾਂ ਵੱਲੋਂ ਆਪਣੀ ਅਲੱਗ ਪਛਾਣ ਦੇ ਦਾਅਵੇ ਉੱਤੇ ਜ਼ੋਰ ਦੇਣ ਲਈ ਉਹਨਾਂ ਨੂੰ ਹਿੰਦੂਆਂ ਦੀ ਹੀ ਇੱਕ ਉਪ ਸ਼ਾਖਾ ਵਜੋਂ ਪੇਸ਼ ਕਰਨ ਦਾ ਪ੍ਰਤੱਖ ਪ੍ਰਭਾਵ ਦਿੰਦੀ ਧਾਰਾ 25 ਨੂੰ ਸਾੜਨ ਦੀ ਕਾਰਵਾਈ ਸੁਰਜੀਤ ਦੀਆਂ ਨਜ਼ਰਾਂ 'ਚ ਹਿੰਦੂ ਵਿਰੋਧੀ ਕਿਸ ਹਿਸਾਬ ਨਾਲ ਬਣ ਗਈ। ਸਗੋਂ ਸੱਚੀ ਗੱਲ ਇਹ ਸੀ ਤੇ ਹੈ ਕਿ ਹਿੰਦੂਆਂ ਵੱਲੋਂ ਇਸ ਕਲੇਸ਼ ਹੱਥੀ ਧਾਰਾ ਨੂੰ ਕਿਸੇ ਰੂਪ 'ਚ ਕਾਇਮ ਰੱਖਣ ਦੀ ਜ਼ਿੱਦ ਕਰਨੀ ਪ੍ਰਤੱਖ ਰੂਪ ਵਿੱਚ ਸਿੱਖ ਦੋਖੀ ਕਾਰਵਾਈ ਹੈ। ਅਤੇ ਜੇਕਰ ਕਾਮਰੇਡ ਸੁਰਜੀਤ ਮੁਤਾਬਕ ਉਹ ਰਾਜਸੀ ਦਲ ਵੀ ਜੋ ਪਹਿਲਾਂ ਅਕਾਲੀ ਦਲ ਦੀਆਂ ਵਾਜਬ ਮੰਗਾਂ ਦੀ ਹਮਾਇਤ ਕਰਦੇ ਰਹੇ ਸਨ, ਧਾਰਾ 25 ਨੂੰ ਸਾੜਨ ਉੱਤੇ ਅਕਾਲੀ ਲੀਡਰਸ਼ਿਪ ਨਾਲ ਖਫਾ ਹੋ ਉੱਠੇ ਸਨ, ਤਾਂ ਇਸ ਵਿੱਚ ਅਕਾਲੀ ਲੀਡਰਸ਼ਿਪ ਦਾ ਉੱਕਾ ਹੀ ਕੋਈ ਦੋਸ਼ ਨਹੀਂ ਸੀ। ਇਹ ਇਹਨਾਂ ਰਾਜਸੀ ਦਲਾਂ ਤੇ ਉਹਨਾਂ ਦੇ ਆਗੂਆਂ ਦੇ ਨਜ਼ਰੀਏ ਅੰਦਰਲਾ ਫਿਰਕੂ ਭੈਂਗ ਅਤੇ ਮਨਾਂ ਅੰਦਰ ਡੂੰਘੇ ਧੱਸੇ ਫਿਰਕੂ ਤਵੱਸਬ ਹੀ ਸਨ, ਜੋ ਉਹਨਾਂ ਨੂੰ ਅਕਾਲੀ ਦਲ ਦੇ ਇਸ ਪੂਰਨ ਤੌਰ ਤੇ ਵਾਜਬ ਤੇ ਦਰੁਸਤ ਪੈਂਤੜੇ ਦਾ ਵਿਰੋਧ ਕਰਨ ਲਈ ਉਤੇਜਿਤ ਕਰ ਰਹੇ ਸਨ। ਚੰਦਰ ਸ਼ੇਖਰ ਤੇ ਹੇਮਵਤੀ ਨੰਦਨ ਬਹੁਗੁਣਾ ਵਰਗੇ
ਸਿੱਖਾਂ ਦੇ ਹਿਤੈਸ਼ੀ ਸਮਝੇ ਤੇ ਕਹੇ ਜਾਂਦੇ ਆਗੂਆਂ ਵੱਲੋਂ ਧਾਰਾ 25 ਨੂੰ ਸਾੜਨ ਦੇ ਫੈਸਲੇ ਦਾ ਤਿੱਖਾ ਵਿਰੋਧ ਕਰਨ ਤੇ ਉਤਾਰੂ ਹੋ ਜਾਣ ਅਤੇ ਸੰਤ ਹਰਜੰਦ ਸਿੰਘ ਲੌਂਗੋਵਾਲ ਦੀ ਪੰਜਾਬ ਚੋਂ CRP ਤੇ BSF ਵਾਪਸ ਬੁਲਾਉਣ ਦੀ ਮੰਗ ਉੱਤੇ ਚੰਦਰ ਸ਼ੇਖਰ ਵੱਲੋਂ ਬੁਰੀ ਤਰ੍ਹਾਂ ਲੋਹਾ ਲਾਖਾ ਹੋ ਉੱਠਣ ਦੀ ਇਸ ਤੋਂ ਬਿਨਾਂ ਹੋਰ ਕੋਈ ਵਜ੍ਹਾ ਨਹੀਂ ਸੀ ਅਤੇ ਸੰਤ ਹਰਚੰਦ ਸਿੰਘ ਲੌਂਗੋਵਾਲ ਦੇ ਧਾਰਾ 25 ਨੂੰ ਸਾੜਨ ਦੇ ਫੈਸਲੇ ਦਾ ਪਤਾ ਲੱਗਦਿਆਂ ਹੀ ਸਰਦਾਰ ਅਰਜਨ ਸਿੰਘ ਸਾਬਕਾ 에ਅਰ ਚੀਫ ਮਾਰਸ਼ਲ, ਸਰਦਾਰ ਜਗਜੀਤ ਸਿੰਘ ਅਰੋੜਾ ਸੇਵਾ ਮੁਕਤ ਲੈਫਟੀਨੈਂਟ ਜਨਰਲ ਅਤੇ ਸਰਦਾਰ ਗੁਰਬਚਨ ਸਿੰਘ ਸਾਬਕਾ ਰਾਜਦੂਤ ਵੱਲੋਂ ਫੌਰਨ ਜਹਾਜ਼ ਫੜ ਕੇ ਅੰਮ੍ਰਿਤਸਰ ਪਹੁੰਚ ਜਾਣ ਅਤੇ ਸੰਤ ਲੌਂਗੋਵਾਲ ਨੂੰ ਇਹ ਗਲਤ ਕਦਮ ਚੁੱਕਣ ਤੋਂ ਗੁਰੇਜ਼ ਕਰਨ ਦੀਆਂ ਸਲਾਹਾਂ ਦੇਣ ਦਾ ਕਾਰਨ ਵੀ ਇਹ ਨਹੀਂ ਸੀ ਕਿ ਅਕਾਲੀ ਆਗੂ ਪੰਜਾਬ ਤੋਂ ਬਾਹਰ ਵਸਦੇ ਸਿੱਖਾਂ ਨੂੰ ਬਲਦੀ ਦੇ ਬੂਥੇ ਦੇਣ ਦੀ ਹਿਮਾਕਤ ਕਰ ਰਹੇ ਸਨ। ਅਸਲ ਗੱਲ ਇਹ ਸੀ ਕਿ ਦਿੱਲੀ ਦਾ ਪਤਵੰਤਾ ਸਿੱਖ ਵਰਗ ਅਕਾਲੀ ਆਗੂਆਂ ਦੀਆਂ ਨੀਤੀਆਂ ਤੇ ਪੈਂਤੜਿਆਂ ਨੂੰ ਸਮੁੱਚੀ ਸਿੱਖ ਕੌਮ ਦੇ ਬੁਨਿਆਦੀ ਹਿੱਤਾਂ ਦੇ ਨਜ਼ਰੀਏ ਤੋਂ ਦੇਖਣ ਅਤੇ ਅੰਗਣ ਦੀ ਉਸਾਰੂ ਪਹੁੰਚ ਅਪਣਾਉਣ ਦੀ ਥਾਵੇਂ ਮਸਲੇ ਨੂੰ ਵੱਧ ਆਪਣੀ ਹੀ ਵਿਸ਼ੇਸ਼ ਸਥਿਤੀ ਜੋ ਯਕੀਨਨ ਹੀ ਵਿਖਮ ਅਤੇ ਕਠੋਰ ਸੀ ਦੇ ਨੁਕਤਾ ਨਜ਼ਰ ਤੋਂ ਦੇਖਣ ਤੇ ਨਜਿੱਠਣ ਦੀ ਸਿਧਾਂਤਕ ਕੁਤਾਹੀ ਕਰ ਰਿਹਾ ਸੀ। ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਦੀਆਂ ਉਪਰੋਕਤ ਮਤਾਂ ਤੇ ਸਲਾਹਾਂ ਨੂੰ ਸੰਤ ਹਰਚੰਦ ਸਿੰਘ ਲੌਂਗੋਵਾਲ ਨੇ ਤਾਂ ਬਹੁਤਾ ਨਹੀਂ ਗਵਲਿਆ। ਉਹ ਆਪਣੇ ਧਾਰਾ 25 ਨੂੰ ਸਾੜਨ ਤੇ ਆਜ਼ਾਦ ਪੰਥ ਸਪਤਾਹ ਮਨਾਉਣ ਦੇ ਫੈਸਲੇ ਤੇ ਅੜੇ ਰਹੇ, ਪਰ ਪ੍ਰਕਾਸ਼ ਸਿੰਘ ਬਾਦਲ ਉੱਤੇ ਕਾਮਰੇਡ ਸੁਰਜੀਤ ਦੀਆਂ ਸਿੱਖਿਆਵਾਂ ਦਾ ਅਸਰ ਪ੍ਰਤੱਖ ਦੇਖਿਆ ਜਾ ਸਕਦਾ ਸੀ। ਭਾਵੇਂ ਪ੍ਰਕਾਸ਼ ਸਿੰਘ ਬਾਦਲ ਮਨੋਂ ਸੰਤ ਲੌਂਗੋਵਾਲ ਦੇ ਧਾਰਾ 25 ਨੂੰ ਸਾੜਨ ਦੇ ਫੈਸਲੇ ਨਾਲ ਸਹਿਮਤ ਨਹੀਂ ਸੀ, ਪਰ ਫਿਰ ਵੀ ਮੋਰਚੇ ਦੇ ਆਗੂ ਦੇ ਆਦੇਸ਼ਾਂ ਉੱਤੇ ਅਮਲ ਕਰਦਿਆਂ ਹੋਇਆਂ ਉਸ ਨੇ ਅਣਮੰਨੇ ਚਿੱਤ ਨਾਲ 27 ਮਾਰਚ ਨੂੰ ਦਿੱਲੀ ਬੰਗਲਾ ਸਾਹਿਬ ਗੁਰਦੁਆਰੇ ਦੇ ਬਾਹਰ ਸੰਵਿਧਾਨ ਦੀ ਧਾਰਾ 25 ਨੂੰ ਸਾੜਨ ਦੀ ਸੰਕੇਤਕ ਕਾਰਵਾਈ ਕਰਨ ਤੋਂ ਬਾਅਦ ਆਪਣੇ ਆਪ ਨੂੰ ਗ੍ਰਿਫਤਾਰੀ ਲਈ ਪੇਸ਼ ਕਰ ਦਿੱਤਾ। ਗ੍ਰਿਫਤਾਰੀ ਦੇਣ ਤੋਂ ਪਹਿਲਾਂ ਉਸ ਨੇ ਦੇਸ਼ ਦੀਆਂ ਸਭਨਾਂ ਰਾਜਸੀ ਪਾਰਟੀਆਂ ਲਈ ਇੱਕ ਚਿੱਠੀ ਜਾਰੀ ਕੀਤੀ, ਜਿਸ ਵਿੱਚ ਅਕਾਲੀ ਦਲ ਦੀਆਂ 10 ਪ੍ਰਮੁੱਖ ਮੰਗਾਂ 6 ਰਾਜਸੀ ਤੇ 4 ਧਾਰਮਿਕ ਕਲਮਬੰਦ ਕੀਤੀਆਂ ਗਈਆਂ। ਕਾਮਰੇਡ ਸੁਰਜੀਤ ਨੇ ਲੌਂਗੋਵਾਲ ਨੂੰ 30 ਮਾਰਚ ਵਾਲੀ ਚਿੱਠੀ ਵਿੱਚ ਅਕਾਲੀ ਮੰਗਾਂ ਦੀ ਬਾਦਲ ਦੁਆਰਾ ਕੀਤੀ ਗਈ ਪੇਸ਼ਕਾਰੀ ਬਾਰੇ ਆਪਣੇ ਭਾਵ ਪ੍ਰਗਟਾਉਂਦਿਆਂ ਹੋਇਆਂ ਲਿਖਿਆ ਕਿ ਬਾਦਲ ਦੀ ਇਹ ਚਿੱਠੀ ਦੇਖ ਕੇ ਮੇਰਾ ਮਨ ਪ੍ਰਸੰਨ ਹੋ ਗਿਆ ਹੈ, ਕਿਉਂਕਿ ਇਹਨਾਂ ਮੰਗਾਂ ਵਿੱਚ ਆਨੰਦਪੁਰ ਸਾਹਿਬ ਦੇ ਮਤੇ ਦਾ ਜਾਂ ਸਿੱਖਾਂ ਦੇ ਬੋਲਬਾਲੇ ਦਾ ਕੋਈ ਜ਼ਿਕਰ ਨਹੀਂ ਸੀ। ਸੁਰਜੀਤ ਦੇ ਵਿਚਾਰ ਮੁਤਾਬਕ ਇਸ ਨੂੰ ਰਾਜ ਅੰਦਰ ਫਿਰਕੂ ਅਮਨ ਨੂੰ ਤਬਾਹ ਕਰਨ ਤੇ ਤੁਲੇ ਹੋਏ ਅੱਤਵਾਦੀਆਂ ਦੇ ਖਿਲਾਫ ਇੱਕ ਕਰਾਰਾ ਧੱਫਾ ਸਮਝਿਆ ਜਾਣਾ ਚਾਹੀਦਾ ਸੀ। ਆਪਣੀ ਸਾਰੀ ਲਿਆਕਤ ਤੇ ਚਤੁਰਾਈ ਦੇ ਬਾਵਜੂਦ ਕਾਮਰੇਡ ਸੁਰਜੀਤ ਇਹ ਗੱਲ ਸਮਝਣ ਜਾਂ ਮੰਨਣ ਲਈ ਤਿਆਰ ਨਹੀਂ ਸੀ ਕਿ ਸਿਧਾਂਤਕ ਪੱਖੋਂ ਉਲਝੇ, ਰਾਜਸੀ ਪੱਖੋਂ ਔਟਲੇ ਤੇ ਨੈਤਿਕ ਪੱਖੋਂ ਖੁੰਗਲ ਹੋਏ ਬੈਠੇ ਅਕਾਲੀ ਆਗੂਆਂ ਅੰਦਰ ਅੱਤਵਾਦੀਆਂ ਨੂੰ ਕਰਾਰਾ ਧੱਫਾ ਮਾਰਨ ਜੋਗਾ ਤੰਤ ਕਿੱਥੇ ਰਹਿ ਗਿਆ ਸੀ। ਉਹ ਵਿਚਾਰੇ ਤਾਂ ਉਹਨਾਂ ਦੇ ਗਲਾਂ ਨੂੰ ਚੰਬੜੇ ਮੋਰਚੇ ਦੇ ਗਿੱਲੇ ਕੰਬਲ ਤੋਂ ਜਿਵੇਂ ਕਿਵੇਂ ਖਹਿੜਾ ਛਡਾਉਣ ਲਈ ਤਰਲੋ ਮੱਛੀ ਹੋ ਰਹੇ ਸਨ। ਸਿਰਲੇਖ ਹੋਣੀ ਦੀ ਦਸਤਕ। ਖੈਰ, ਉਸ ਵੇਲੇ ਤੱਕ ਹਾਲਤਾਂ ਵੱਲੋਂ ਇੱਕ ਵੱਡੇ ਤੇ ਫੈਸਲਾ ਕੁੰਨ ਟਕਰਾਅ ਵੱਲ ਵਧਣ ਦੀ ਅਮੋੜ ਦਿਸ਼ਾ ਅਖਤਿਆਰ ਕਰ ਜਾਣ ਦੇ ਉਗੜਵੇਂ ਸੰਕੇਤ ਮਿਲਣੇ ਸ਼ੁਰੂ ਹੋ ਗਏ ਸਨ। ਦੋ ਗੱਲਾਂ ਬਾਰੇ ਉੱਕਾ ਹੀ ਕੋਈ ਭੁਲੇਖਾ ਨਹੀਂ ਸੀ ਰਹਿ ਗਿਆ। ਇੱਕ ਇਹ ਕਿ ਇੰਦਰਾ ਗਾਂਧੀ ਦੀ ਸਮੱਸਿਆ ਦਾ ਰਾਜਨੀਤਿਕ ਜਾਂ ਸ਼ਾਂਤੀਪੂਰਵਕ ਹੱਲ ਤਲਾਸ਼ਣ ਵਿੱਚ ਉੱਕਾ ਹੀ ਕੋਈ ਰੁਚੀ ਨਹੀਂ ਸੀ। ਅਕਾਲੀ ਆਗੂਆਂ ਨਾਲ ਵਾਰਤਾਲਾਪ ਦਾ ਢਕੌਂਜ ਤੇ ਪੰਜਾਬ ਮਸਲੇ ਦਾ ਰਾਜਸੀ ਹੱਲ ਢੂੰਡਣ ਦੀਆਂ ਗੱਲਾਂ ਦੇਸ਼ ਦੀ ਜਨਤਾ ਨੂੰ ਜਾਂ ਜਨਤਾ ਨਾਲੋਂ ਵੱਧ ਦੇਸ਼ ਦੇ ਰਾਜਸੀ ਕੁਨਬੇ ਨੂੰ ਮੂਰਖ ਬਣਾਉਣ ਦੀ ਧੋਖੇ ਭਰੀ ਰਾਜਸੀ ਚਾਲ ਤੋਂ ਵੱਧ ਹੋਰ ਕੁਝ ਨਹੀਂ ਸੀ। ਦੂਜਾ, ਜੋ ਲੋਕ ਸੰਤ ਜਰਨੈਲ ਸਿੰਘ ਦੇ ਕਿਰਦਾਰ ਨੂੰ ਤੁਸਬਾਂ ਤੋਂ ਮੁਕਤ ਹੋ ਕੇ ਪੜ੍ਹਨ ਤੇ ਸਮਝਣ ਦੀ ਰੁਚੀ ਰੱਖਦੇ ਸਨ, ਉਹਨਾਂ ਲਈ ਇਸ ਨਿਰਣੇ ਤੇ ਅਪੜਨ ਵਿੱਚ ਰਤਾ ਵੀ ਮੁਸ਼ਕਿਲ ਨਹੀਂ ਸੀ ਰਹਿ ਗਈ ਕਿ ਸੰਤ ਭਿੰਡਰਾਂ ਵਾਲਾ ਯਕੀਨਨ ਹੀ ਇੱਕ ਵਿਸ਼ੇਸ਼ ਧਾਤ ਦਾ ਬਣਿਆ ਹੋਇਆ ਵਿਅਕਤੀ ਸੀ, ਜਿਸ ਵੱਲੋਂ ਕਿਸੇ ਡਰ
ਜਾਂ ਯਰਕਾਵੇ ਅਤੇ ਲਾਲਚ ਜਾਂ ਬਹਿਕਾਵੇ 'ਚ ਆ ਕੇ ਐਲਾਨੇ ਨਿਸ਼ਾਨੇ ਤੋਂ ਪਿੱਛੇ ਹਟ ਜਾਣ ਦੀ ਉੱਕਾ ਹੀ ਕੋਈ ਭਾਵਨਾ ਜਾਂ ਸੰਭਾਵਨਾ ਨਹੀਂ ਸੀ। ਇਸ ਤਰ੍ਹਾਂ ਇੰਦਰਾ ਗਾਂਧੀ ਤੇ ਜਰਨੈਲ ਸਿੰਘ ਬੁਰਾਈ ਤੇ ਸੱਚਾਈ ਦੇ ਪ੍ਰਤੀਕਾਂ ਵਜੋਂ ਇੱਕ ਦੂਜੇ ਵਿਰੁੱਧ ਤਣ ਕੇ ਖਲੋ ਗਏ ਸਨ ਅਤੇ ਦੋਨਾਂ ਚੋਂ ਕਿਸੇ ਵੱਲੋਂ ਵੀ ਆਪਣੀ ਫਿਤਰਤ ਤੇ ਪੈਂਤੜੇ ਦਾ ਤਿਆਗ ਕਰਨ ਦੇਣ ਦੀਆਂ ਗੁੰਜਾਇਸ਼ਾਂ ਖਤਮ ਹੋਣ ਦੇ ਕਿਨਾਰੇ ਪਹੁੰਚ ਗਈਆਂ ਸਨ। ਜਦ ਹਾਲਤ ਇਹ ਬਣ ਜਾਵੇ ਤਾਂ ਇਤਿਹਾਸ ਅੰਦਰ ਇਹਨਾਂ ਉਲਟ ਪੱਖੀ ਤਾਕਤਾਂ ਦੀ ਫੈਸਲਾ ਕੁਨ ਟੱਕਰ ਅਟੱਲ ਬਣ ਕੇ ਰਹਿ ਜਾਂਦੀ ਹੈ। ਮਨੁੱਖੀ ਇਤਿਹਾਸ ਅੰਦਰ ਤਵਾਰੀਖ ਦੀ ਰਚਨਾ ਇਸ ਤਰ੍ਹਾਂ ਹੀ ਹੁੰਦੀ ਆਈ ਹੈ। 1984 ਦੀ ਗਰਮੀ ਦੀ ਰੁੱਤ ਸ਼ੁਰੂ ਹੁੰਦਿਆਂ ਹੀ ਇਸ ਹੋਣੀ ਦੇ ਬਹੁਤ ਹੀ ਕਰੀਬ ਆ ਬੋੜਨ ਦੇ ਆਸਾਰ ਸਾਫ਼ ਦਿਖਾਈ ਦੇਣ ਲੱਗ ਪਏ ਸਨ। 19 ਮਾਰਚ 1984 ਨੂੰ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਉੱਤੇ ਕਾਨੂੰਨੀ ਪਾਬੰਦੀ ਲਾ ਦੇਣ ਦਾ ਸਰਕਾਰੀ ਫਰਮਾਨ ਜਾਰੀ ਕਰ ਦਿੱਤਾ ਗਿਆ। 5 ਅਪ੍ਰੈਲ ਨੂੰ ਇੱਕ ਵਿਸ਼ੇਸ਼ ਫਰਮਾਨ ਰਾਹੀਂ ਸਾਰੇ ਪੰਜਾਬ ਨੂੰ ਗੜਬੜ ਵਾਲਾ ਖੇਤਰ ਕਰਾਰ ਦੇ ਦਿੱਤਾ ਗਿਆ ਅਤੇ ਕੌਮੀ ਸੁਰੱਖਿਆ ਕਾਨੂੰਨ NSA ਵਿੱਚ ਵਿਸ਼ੇਸ਼ ਤਰਮੀਮ ਕਰਕੇ ਇਸ ਦੇ ਦੰਦ ਹੋਰ ਤਿੱਖੇ ਕਰ ਦਿੱਤੇ ਗਏ। ਪੰਜਾਬ ਅੰਦਰ BSF ਤੇ CRP ਦੀਆਂ ਹੋਰ ਧਾੜਾਂ ਪਹੁੰਚ ਗਈਆਂ ਸਨ। ਅਪ੍ਰੈਲ ਦਾ ਮਹੀਨਾ ਚੜ੍ਹਦਿਆਂ ਹੀ ਕੇਂਦਰੀ ਨੀਮ ਫੌਜੀ ਦਲਾਂ ਨੇ ਪੰਜਾਬ ਪੁਲਿਸ ਨੂੰ ਲਾਂਭੇ ਕਰਕੇ ਦਰਬਾਰ ਸਾਹਿਬ ਦੁਆਰੇ ਘੇਰਾ ਕੱਸਣਾ ਸ਼ੁਰੂ ਕਰ ਦਿੱਤਾ ਸੀ ਅਤੇ ਧਰਮ ਯੁੱਧ ਮੋਰਚੇ ਦੇ 2 ਸਾਲਾਂ ਦੇ ਇਤਿਹਾਸ ਅੰਦਰ ਪਹਿਲੀ ਵਾਰ ਕਾਰ ਸੇਵਾ ਵਾਲੇ ਤੇ ਦਰਬਾਰ ਸਾਹਿਬ ਅੰਦਰ ਲੰਗਰ ਦੀ ਰਸਦ ਪਹੁੰਚਾਉਣ ਵਾਲੇ ਟਰੱਕਾਂ ਦੀ ਜਬਰੀ ਤਲਾਸ਼ੀ ਲੈਣੀ ਸ਼ੁਰੂ ਕਰ ਦਿੱਤੀ ਸੀ। ਅਪ੍ਰੈਲ ਦੇ ਆਖਰੀ ਹਫ਼ਤੇ ਕੇਂਦਰੀ ਨੀਮ ਫੌਜੀ ਦਲਾਂ ਨੇ ਛੁਪੇ ਹੋਏ ਖਾੜਕੂਆਂ ਨੂੰ ਫੜਨ ਦੇ ਬਹਾਨੇ ਮੋਗਾ ਸ਼ਹਿਰ ਦੇ ਅੰਦਰ 3 ਗੁਰਦੁਆਰਿਆਂ ਨੂੰ ਕਸਮਾਂ ਘੇਰਾ ਪਾ ਕੇ ਆਮ ਸ਼ਰਧਾਲੂਆਂ ਤੋਂ ਲੈ ਕੇ ਪਾਠੀਆਂ ਤੱਕ ਹਰ ਕਿਸੇ ਦਾ ਆਉਣ ਜਾਣ ਮੁਕੰਮਲ ਤੌਰ ਤੇ ਬੰਦ ਕਰ ਦਿੱਤਾ ਸੀ। ਹਫ਼ਤੇ ਭਰ ਤੋਂ ਵੀ ਵੱਧ ਚੱਲੀ ਇਸ ਘੇਰਾਬੰਦੀ ਦੌਰਾਨ ਰੋਜ਼ ਆਏ ਸਿੱਖ ਸ਼ਰਧਾਲੂਆਂ ਉੱਤੇ ਪੁਲਿਸ ਨੇ ਅੰਨ੍ਹੇਵਾਹ ਗੋਲੀਆਂ ਦੀਆਂ ਬੁਛਾੜਾਂ ਕਰਕੇ ਅੱਧੀ ਦਰਜਨ ਦੇ ਕਰੀਬ ਸਿੱਖਾਂ ਨੂੰ ਕਤਲ ਕਰ ਦਿੱਤਾ ਸੀ। ਘਟਨਾਵਾਂ ਦੇ ਇਸ ਵਹਿਣ ਤੋਂ ਆਉਣ ਵਾਲੇ ਸਮੇਂ ਦੇ ਲੱਛਣ ਸਾਫ਼ ਪੜ੍ਹੇ ਜਾ ਸਕਦੇ ਸਨ ਅਤੇ ਛੇਤੀ ਹੀ ਵਾਪਰਨ ਜਾ ਰਹੇ ਕਿਸੇ ਵੱਡੇ ਭਾਣੇ ਦੀ ਪੈੜ ਚਾਲ ਸਾਫ਼ ਸੁਣੀ ਜਾ ਸਕਦੀ ਸੀ। ਉਧਰ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਸਮਰਥਕ ਸਿੱਖ ਜੁਝਾਰੂਆਂ ਨੇ ਵੀ ਬਰਾਬਰ ਆਪਣੇ ਮੋੜਵੇਂ ਮੋਰਚੇ ਖੋਲ੍ਹ ਦਿੱਤੇ ਹੋਏ ਸਨ। ਸਿੱਖ ਸਟੂਡੈਂਟ ਫੈਡਰੇਸ਼ਨ ਉੱਤੇ ਪਾਬੰਦੀ ਲਾਉਣ ਦੀ ਕਾਰਵਾਈ ਦੇ ਜਵਾਬ ਵਿੱਚ ਫੈਡਰੇਸ਼ਨ ਦੇ ਕਾਰਕੁਨਾਂ ਨੇ 15-16 ਅਪ੍ਰੈਲ ਦੀ ਵਿਚਕਾਰਲੀ ਰਾਤ ਨੂੰ ਇੱਕੋ ਹੱਲੇ ਵਿੱਚ ਪੰਜਾਬ ਅੰਦਰ 3 ਦਰਜਨ ਤੋਂ ਵੱਧ ਰੇਲਵੇ ਸਟੇਸ਼ਨਾਂ ਨੂੰ ਅੱਗ ਲਾ ਦਿੱਤੀ ਸੀ। ਮਾਰਚ ਮਹੀਨੇ ਤੋਂ ਹੀ ਜਦ ਤੋਂ ਸੰਤ ਜਰਨੈਲ ਸਿੰਘ ਨੂੰ ਦਰਬਾਰ ਸਾਹਿਬ ਉੱਤੇ ਫੌਜੀ ਹਮਲੇ ਦਾ ਅੰਦੇਸ਼ਾ ਹੋਣ ਲੱਗਾ ਸੀ, ਸਿੱਖ ਜੁਝਾਰੂਆਂ ਨੇ ਭਾਰਤੀ ਫੌਜ ਦੇ ਸਾਬਕਾ ਮੇਜਰ ਜਨਰਲ ਸ਼ੁਬੇਗ ਸਿੰਘ ਦੀ ਪ੍ਰਤਿਭਾਸ਼ੀਲ ਅਗਵਾਈ ਤੇ ਦੇਖ-ਰੇਖ ਹੇਠ ਦਰਬਾਰ ਸਾਹਿਬ ਦੇ ਸਮੁੱਚੇ ਖੇਤਰ ਦੀ ਤੇਜ਼ੀ ਨਾਲ ਮੋਰਚਾਬੰਦੀ ਕਰਨੀ ਸ਼ੁਰੂ ਕਰ ਦਿੱਤੀ ਹੋਈ ਸੀ। 17 ਅਪ੍ਰੈਲ ਨੂੰ ਭਾਈ ਸੁਰਿੰਦਰ ਸਿੰਘ ਸੋਢੀ ਦੇ ਕਤਲ ਅਤੇ ਸੰਤ ਭਿੰਡਰਾਂਵਾਲੇ ਦੇ ਹਮਾਇਤੀਆਂ ਵੱਲੋਂ ਇਸ ਦੇ ਜਵਾਬ ਵਿੱਚ ਕੀਤੀ ਮੋੜਵੀਂ ਕਾਰਵਾਈ ਨਾਲ ਦਰਬਾਰ ਸਾਹਿਬ ਸਮੂਹ ਅੰਦਰ ਹਾਲਤ ਬੇਹੱਦ ਤਣਾਅ ਵਾਲੀ ਬਣ ਗਈ ਸੀ। ਸੰਤ ਹਰਚੰਦ ਸਿੰਘ ਲੌਂਗੋਵਾਲ ਦੇ ਹਮਾਇਤੀ ਧੜੇ ਦੀਆਂ ਸੰਤ ਭਿੰਡਰਾਂਵਾਲੇ ਨੂੰ ਕਮਜ਼ੋਰ ਕਰਨ ਦੀਆਂ ਕੋਸ਼ਿਸ਼ਾਂ ਪੁੱਠੀਆਂ ਪੈਣੀਆਂ ਸ਼ੁਰੂ ਹੋ ਗਈਆਂ ਸਨ। 28 ਅਪ੍ਰੈਲ ਨੂੰ ਸੰਤ ਲੌਂਗੋਵਾਲ ਦੇ ਕੈਂਪ 'ਚੋਂ ਵੱਡੀ ਗਿਣਤੀ 'ਚ ਸ਼੍ਰੋਮਣੀ ਕਮੇਟੀ ਮੈਂਬਰਾਂ ਤੇ ਅਕਾਲੀ ਕਾਰਕੁਨਾਂ ਨੇ ਖੁੱਲ੍ਹੇ ਰੂਪ ਵਿੱਚ ਆਪਣੀਆਂ ਸੇਵਾਵਾਂ ਸੰਤ ਭਿੰਡਰਾਂਵਾਲੇ ਨੂੰ ਅਰਪਿਤ ਕਰ ਦਿੱਤੀਆਂ ਸਨ। 12 ਮਈ ਨੂੰ ਜਲੰਧਰ ਵਿਖੇ ਸਿੱਖ ਜੁਝਾਰੂਆਂ ਨੇ ਮਰਹੂਮ ਲਾਲਾ ਜਗਤ ਨਾਰਾਇਣ ਦੇ ਸਭ ਤੋਂ ਵੱਡੇ ਪੁੱਤਰ ਅਤੇ ਵਾਰਸ ਸ਼੍ਰੀ ਰਮੇਸ਼ ਚੰਦਰ ਨੂੰ ਚਿੱਟੇ ਦਿਨ ਗੋਲੀਆਂ ਨਾਲ ਭੁੰਨ ਦਿੱਤਾ ਸੀ, ਜਿਸ ਦੇ ਪ੍ਰਤੀਕਰਮ ਵਿੱਚ ਹਿੰਦੂ ਹਜੂਮਾਂ ਨੇ ਸ਼ਹਿਰ ਅੰਦਰ ਸਿੱਖ ਵਰਗ ਨੂੰ ਆਪਣਾ ਚੁਣਵਾਂ ਨਿਸ਼ਾਨਾ ਬਣਾਉਂਦੇ ਹੋਏ ਵੱਡੀ ਪੱਧਰ ਤੇ ਭੰਨ ਤੋੜ ਤੇ ਸਾੜ ਫੂਕ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ ਸੀ। ਮਈ ਵਿੱਚ ਹੀ ਭਾਰਤ ਸਰਕਾਰ ਦੇ ਸੂਚਨਾ ਤੇ ਪ੍ਰਸਾਰ ਮਹਿਕਮੇ ਦੇ ਵੱਡੇ ਵਜ਼ੀਰ HKL ਭਗਤ ਨੇ ਦੇਸ਼ ਭਰ ਦੇ ਸੰਪਾਦਕਾਂ ਨੂੰ ਵਾਰੋ-ਵਾਰੀ ਦਿੱਲੀ ਸੱਦ ਕੇ ਉਹਨਾਂ ਨੂੰ ਆਉਣ ਵਾਲੇ ਸਮੇਂ ਬਾਰੇ ਤੇ ਇਸ ਵਿੱਚ ਉਹਨਾਂ ਦੇ ਰੋਲ ਬਾਰੇ ਸਮਝਾਉਣ ਦਾ ਸਿਲਸਿਲਾ
ਸ਼ੁਰੂ ਕਰ ਦਿੱਤਾ ਸੀ। ਜਦ 26 ਮਈ ਨੂੰ ਦਿੱਲੀ IB ਖੁਫੀਆ ਮਹਿਕਮਾ ਦੇ ਗੈਸਟ ਹਾਊਸ ਅੰਦਰ ਅਕਾਲੀ ਆਗੂਆਂ ਦੀ ਤਿੱਕੜੀ ਜਥੇਦਾਰ ਗੁਰਚਰਨ ਸਿੰਘ ਟੌੜਾ, ਪ੍ਰਕਾਸ਼ ਬਾਦਲ ਤੇ ਸੁਰਜੀਤ ਬਰਨਾਲਾ ਇੰਦਰਾ ਗਾਂਧੀ ਦੁਆਰਾ ਨਾਮਜ਼ਦ ਕੀਤੇ ਗਏ ਕੇਂਦਰ ਸਰਕਾਰ ਦੇ ਸੀਨੀਅਰ ਵਜ਼ੀਰਾਂ ਦੀ ਤਿੱਕੜੀ PV ਨਰਸਿਮਹਾ ਰਾਓ, ਸ਼ਿਵ ਸ਼ੰਕਰ ਤੇ ਪ੍ਰਣਬ ਮੁਖਰਜੀ ਨਾਲ ਆਪਣੀ ਵੱਲੋਂ ਵਧਵੀਂ ਹੱਦ ਤੱਕ ਲਿਖ ਕੇ ਕੀਤੇ ਗਏ ਸਮਝੌਤੇ ਦੀਆਂ ਮੱਦਾਂ ਨੂੰ ਆਖਰੀ ਛੋਹਾਂ ਦੇ ਰਹੀ ਸੀ, ਤਾਂ ਐਨ ਉਸੇ ਵੇਲੇ ਇੰਦਰਾ ਗਾਂਧੀ ਆਪਣੇ ਦਫ਼ਤਰ ਵਿੱਚ ਆਪਣੇ ਅਤੀ ਨਜ਼ਦੀਕੀ ਤੇ ਵਿਸ਼ਵਾਸ ਪਾਤਰ ਸਲਾਹਕਾਰਾਂ ਨਾਲ ਦਰਬਾਰ ਸਾਹਿਬ ਉੱਤੇ ਫੌਜੀ ਧਾਵਾ ਬੋਲਣ ਦੀਆਂ ਤਿਆਰੀਆਂ ਨੂੰ ਅੰਤਮ ਛੂਹਾਂ ਦੇਣ ਵਿੱਚ ਲੱਗੀ ਹੋਈ ਸੀ। ਅਕਾਲੀ ਆਗੂਆਂ ਦੀ ਤਾਂ ਗੱਲ ਛੱਡੋ, ਖੁਦ ਉਸ ਵੱਲੋਂ ਨਾਮਜ਼ਦ ਕੀਤੇ ਉਸ ਦੇ ਸੀਨੀਅਰ ਵਜ਼ੀਰਾਂ ਨੂੰ ਵੀ ਉਸ ਦੇ ਮਨ ਅੰਦਰ ਛੁਪੇ ਪਾਪ ਦਾ ਪੂਰਾ ਭੇਤ ਨਹੀਂ ਸੀ। ਇਸ ਕਰਕੇ ਉਹ ਭੋਲੇ ਭਾਅ ਹੀ ਅਕਾਲੀ ਆਗੂਆਂ ਕੋਲੋਂ ਥੋੜੇ ਚਿਰ ਲਈ ਛੁੱਟੀ ਲੈ ਕੇ ਸਮਝੌਤੇ ਦੀਆਂ ਤੈਅ ਹੋਈਆਂ ਮੱਦਾਂ ਬਾਰੇ ਇੰਦਰਾ ਗਾਂਧੀ ਦੀ ਆਖਰੀ ਪ੍ਰਵਾਨਗੀ ਲੈਣ ਚਲੇ ਗਏ ਸਨ। ਉਹਨਾਂ ਨੂੰ ਉਮੀਦ ਨਾਲੋਂ ਕਿਤੇ ਘੱਟ ਸਮੇਂ ਦੇ ਅੰਦਰ ਹੀ ਵਾਪਸ ਮੁੜ ਆਏ ਦੇਖ ਕੇ ਇੱਕ ਵਾਰ ਤਾਂ ਅਕਾਲੀ ਆਗੂਆਂ ਦੀਆਂ ਅੱਖਾਂ ਅੰਦਰ ਸੁਖਾਵੀਂ ਆਸ ਦੀ ਚਮਕ ਪੈਦਾ ਹੋ ਉੱਠੀ ਸੀ, ਪਰ ਵਜ਼ੀਰ ਤਿੱਕੜੀ ਦੇ ਢਲਕਦੇ ਚਿਹਰੇ ਤੇ ਡੌਰ ਭੌਰ ਅੱਖਾਂ ਕੁਝ ਹੋਰ ਹੀ ਕਹਾਣੀ ਕਹਿ ਰਹੀਆਂ ਸਨ। ਜਦ ਵਜ਼ੀਰ ਤਿੱਕੜੀ ਦੇ ਇੱਕ ਮੈਂਬਰ ਨੇ ਮੁਰਦਾ ਆਵਾਜ਼ ਵਿੱਚ ਇਹ ਲਫ਼ਜ਼ ਕਹੇ ਕਿ ਮਾਫ ਕਰਨਾ ਮੈਡਮ ਮੰਨੀ ਨਹੀਂ, ਤਾਂ ਅਕਾਲੀ ਆਗੂਆਂ ਦੀ ਖਾਨਿਓਂ ਜਾਂਦੀ ਰਹੀ। ਉਹਨਾਂ ਦੇ ਹੱਥੋਂ ਉਮੀਦ ਦਾ ਆਖਰੀ ਤਣਕਾ ਵੀ ਛੁੱਟ ਗਿਆ ਸੀ ਅਤੇ ਉਹਨਾਂ ਘਰ ਦੇ ਬੁੱਧੂ ਲੌਟ ਕੇ ਆਏ ਦੀ ਲੋਕ ਕਹਾਵਤ ਨੂੰ ਸੱਚਾ ਕਰਦੇ ਹੋਏ ਹੱਥ ਝਾੜ ਕੇ ਵਾਪਸ ਅੰਮ੍ਰਿਤਸਰ ਨੂੰ ਚਾਲੇ ਪਾ ਦਿੱਤੇ ਸਨ। ਦਰਬਾਰ ਸਾਹਿਬ ਪਹੁੰਚ ਕੇ ਜਥੇਦਾਰ ਟੌੜਾ ਨੇ ਜੋ ਹਾਲਤ ਤੱਕੀ, ਉਸ ਚੋਂ ਉਸ ਨੂੰ ਇਸ ਨਿਰਣੇ ਤੇ ਪਹੁੰਚਣ ਵਿੱਚ ਦਿੱਕਤ ਨਹੀਂ ਆਈ ਕਿ ਦਰਬਾਰ ਸਾਹਿਬ ਅੰਦਰ ਫੌਜੀ ਕਾਰਵਾਈ ਨੂੰ ਰੋਕ ਸਕਣਾ ਹੁਣ ਅਕਾਲੀ ਲੀਡਰਸ਼ਿਪ ਦੇ ਜਾਂ ਇੰਦਰਾ ਗਾਂਧੀ ਤੇ ਸੰਤ ਜਰਨੈਲ ਸਿੰਘ ਤੋਂ ਬਿਨਾਂ ਹੋਰ ਕਿਸੇ ਦੇ ਵੀ ਵੱਸ ਦੀ ਗੱਲ ਨਹੀਂ ਰਹਿ ਗਈ, ਕਿਉਂਕਿ ਇੰਦਰਾ ਗਾਂਧੀ ਨੇ ਦਰਬਾਰ ਸਾਹਿਬ ਉੱਤੇ ਹਮਲਾ ਕਰਨ ਦੀ ਪੱਕੀ ਠਾਣ ਰੱਖੀ ਹੋਈ ਸੀ ਤੇ ਸੰਤ ਜਰਨੈਲ ਸਿੰਘ ਨੇ ਇਸ ਦਾ ਸਿੱਖ ਰਵਾਇਤਾਂ ਮੁਤਾਬਕ ਡਟ ਕੇ ਟਾਕਰਾ ਕਰਨ ਦਾ ਪੱਕਾ ਨਿਸ਼ਚਾ ਕਰ ਰੱਖਿਆ ਹੋਇਆ ਸੀ। ਦੋਨਾਂ ਪਾਸਿਆਂ ਤੋਂ ਇਸ ਦਿਸ਼ਾ 'ਚ ਜ਼ੋਰਦਾਰ ਤਿਆਰੀਆਂ ਦੇ ਲੱਛਣ ਸਾਫ਼ ਨਜ਼ਰ ਆ ਰਹੇ ਸਨ। ਸੰਤ ਹਰਚੰਦ ਸਿੰਘ ਲੌਂਗੋਵਾਲ ਤੇ ਉਸ ਦੇ ਹਮਖਿਆਲੀ ਅਕਾਲੀ ਆਗੂਆਂ ਨੇ ਤਾਂ ਇਸ ਹੋਣੀ ਨੂੰ ਲਗਭਗ ਕਬੂਲ ਹੀ ਕਰ ਲਿਆ ਸੀ ਅਤੇ ਆਪਣੇ ਮਨਾਂ ਅੰਦਰ ਹਮਲੇ ਤੋਂ ਬਾਅਦ ਦੀ ਹਾਲਤ ਬਾਰੇ ਰਾਜਸੀ ਤਰਕੀਬਾਂ ਦੇ ਧਾਗੇ ਬੁਣਨੇ ਸ਼ੁਰੂ ਕਰ ਦਿੱਤੇ ਹੋਏ ਸਨ। ਸੰਤ ਹਰਚੰਦ ਸਿੰਘ ਲੌਂਗੋਵਾਲ ਨੂੰ ਛੱਡ ਕੇ ਇਸ ਧੜੇ ਦੇ ਪਹਿਲੀ ਕਤਾਰ ਦੇ ਬਾਕੀ ਸਾਰੇ ਆਗੂ ਬਾਦਲ, ਬਰਨਾਲਾ ਵਗੈਰਾ ਵਗੈਰਾ ਆਪਣੇ ਘਰੀਂ ਜਾ ਬਿਰਾਜੇ ਸਨ, ਪਰ ਜਥੇਦਾਰ ਟੌੜਾ ਦਾ ਮਨ ਨਹੀਂ ਸੀ ਟਿਕ ਰਿਹਾ। ਉਸ ਨੂੰ ਇਸ ਮੰਦ ਹੋਣੀ ਨੂੰ ਕਿਸੇ ਨਾ ਕਿਸੇ ਰੂਪ 'ਚ ਟਾਲ ਸਕਣ ਦਾ ਆਖਰੀ ਤੋਂ ਅੱਗੇ ਇੱਕ ਹੋਰ ਆਖਰੀ ਯਤਨ ਅਜਮਾ ਦੇਖਣ ਦੀ ਅੱਜ ਵੀ ਲੱਗੀ ਹੋਈ ਸੀ। ਇਸੇ ਸਿਲਸਿਲੇ ਵਿੱਚ ਉਸ ਨੇ 30 ਮਈ ਨੂੰ ਗਵਰਨਰ BD ਪਾਂਡੇ ਦਾ ਜਾ ਕੁੰਡਾ ਖੜਕਾਇਆ। ਗਵਰਨਰ ਨੂੰ ਵੀ ਸ਼ਾਇਦ ਇੰਦਰਾ ਗਾਂਧੀ ਦੇ ਨਾਪਾਕ ਇੰਦਰੀਆਂ ਦਾ ਪੂਰਾ ਗਿਆਨ ਨਹੀਂ ਸੀ ਅਤੇ ਉਹ ਅਜੇ ਵੀ ਸਮੱਸਿਆ ਦੇ ਰਾਜਸੀ ਹੱਲ ਦੀਆਂ ਉਮੀਦਾਂ ਰੱਖ ਕੇ ਚੱਲ ਰਿਹਾ ਸੀ। ਇਸ ਤਰ੍ਹਾਂ ਗਵਰਨਰ ਪਾਂਡੇ ਤੇ ਜਥੇਦਾਰ ਟੌੜਾ 30 ਮਈ ਦੀ ਸ਼ਾਮ ਤੱਕ ਹਾਲਤ ਨੂੰ ਮੋੜਾ ਪਾ ਕੇ ਸੁਖਾਵੀਂ ਦਿਸ਼ਾ ਵੱਲ ਤੋਰਨ ਦੇ ਢੰਗ ਤਰੀਕਿਆਂ ਬਾਰੇ ਗਹਿਰ ਗੰਭੀਰ ਵਿਚਾਰਾਂ ਕਰ ਰਹੇ ਸਨ। ਹਾਲਾਂਕਿ ਹਾਲਤ ਜਿਸ ਨਾਜ਼ੁਕ ਪੜਾਅ ਤੇ ਪਹੁੰਚ ਚੁੱਕੀ ਸੀ, ਉਥੇ ਦੋਨਾਂ ਦੇ ਹੀ ਨਾ ਤਾਂ ਕੁਝ ਹੱਥ ਵੱਸ ਸੀ ਤੇ ਨਾ ਹੀ ਕੁਝ ਹੱਥ ਪੱਲੇ ਸੀ। ਅਗਲੇ ਦਿਨ ਸਵੇਰੇ ਹੀ ਜਥੇਦਾਰ ਟੌੜਾ ਸਿੱਧੇ ਸੰਤ ਜਰਨੈਲ ਸਿੰਘ ਕੋਲ ਪਹੁੰਚ ਗਏ ਅਤੇ ਹਾਲਤ ਨੂੰ ਸੁਖਾਵਾਂ ਮੋੜ ਦੇਣ ਲਈ ਗਵਰਨਰ ਨਾਲ ਹੋਈ ਆਪਣੀ ਗੱਲਬਾਤ ਦਾ ਖੁਲਾਸਾ ਸੁਣਾਉਣ ਲੱਗ ਪਏ। ਸੰਤ ਜਰਨੈਲ ਸਿੰਘ ਨੇ ਆਪਣੀ ਆਦਤ ਮੁਤਾਬਕ ਠਰੰਮੇ ਤੇ ਪਿਆਰ ਨਾਲ ਜਥੇਦਾਰ ਨੂੰ ਹਾਲਤ ਦੀ ਇੰਨੀ ਜ਼ਿਆਦਾ ਚਿੰਤਾ ਨਾ ਕਰਨ ਦੀ ਸਲਾਹ ਦਿੱਤੀ ਅਤੇ ਇੱਕ ਵਾਰ ਫਿਰ ਆਪਣਾ ਦਰਬਾਰ ਸਾਹਿਬ ਦੀ ਅਜ਼ਮਤ ਦੀ ਰਾਖੀ ਲਈ ਕੱਟ ਮਰਨ ਦਾ ਦ੍ਰਿੜ ਨਿਸ਼ਚਾ ਦੁਹਰਾਇਆ।
ਇਸ ਭਾਗ ਲਈ ਇਹਨਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।